ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆ। ਜਿਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆ। ਜੁਗ ਜੁਗ ਅਟਲ। ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਅਸ਼ਟਮ ਬਲਬੀਰਾ ਅੱਠਵੇਂ ਨਾਨਕ ਬਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਪਾਵਨ ਅਸਥਾਨ ਵਿਖੇ ਦੂਰੋਂ ਨੇੜਿਓਂ ਤੁਰ ਕੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ, ਗੁਰੂ ਸਵਾਰੇ ਸਤਸੰਗੀ ਜਨੋ, ਹਜ਼ੂਰ ਦੀ ਅਪਾਰ ਬਖਸ਼ਿਸ਼ ਰਹਿਮਤ ਸਾਡੇ ਤੇ ਹੋਈ ਹੈ। ਜਿਨ੍ਹਾਂ ਨੂੰ ਗੁਰਦੇਵ ਨੇ ਆਪਣੇ ਦਰ ਦੀ ਹਾਜ਼ਰੀ ਭਰਨ ਦੀ ਤੇ ਸਤਸੰਗਤ ਕਰਨ ਦੀ ਦਾਤ ਬਖਸ਼ੀ ਹੈ, ਇਹ ਵਿਸ਼ੇਸ਼ ਮੌਕਾ ਜੋ ਸਤਿਗੁਰੂ ਨੇ ਤੁਰਟ ਕੇ ਸਾਨੂੰ ਬਖਸ਼ਿਆ ਹੈ, ਅਸੀਂ ਇਸ ਵਿਸ਼ੇਸ਼ ਮੌਕੇ ਦਾ ਪੂਰਨ ਲਾਭ ਉਠਾਉਣ ਦੀ ਕੋਸ਼ਿਸ਼ ਕਰੀਏ। ਗੁਰੂ ਦੀ ਬਾਣੀ ਨਾਲ ਜੁੜ ਕੇ, ਗੁਰੂ ਦੇ ਉਪਦੇਸ਼ ਨਾਲ ਜੁੜ ਕੇ। ਅੱਜ ਦੇ ਜੋ ਬਚਨ ਆਪਾਂ ਵਿਚਾਰਨੇ ਹਨ, ਇਹ ਵਚਨ ਨੌਵੇਂ ਨਾਨਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 57 ਸਲੋਕਾਂ ਵਿੱਚੋਂ ਸਲੋਕ ਨੰਬਰ 3 ਤੇ ਸਲੋਕ ਨੰਬਰ 4 ਹੈ, ਜਿਨ੍ਹਾਂ ਦਾ ਪਾਠ ਆਪ ਜੀ ਨੇ ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਪਾਸੋਂ ਸਰਵਣ ਕੀਤਾ ਹੈ। ਆਓ ਇਹਨਾਂ ਗੁਰੂ ਕੇ ਬਚਨਾਂ ਨੂੰ ਵਿਚਾਰ ਕੇ ਜਿੱਥੇ ਸਮਝਣ ਦੀ ਕੋਸ਼ਿਸ਼ ਕਰਨੀ, ਉੱਥੇ ਜੀਵਨ ਵਿੱਚ ਅਪਣਾਉਣ ਦੀ ਵੀ ਕੋਸ਼ਿਸ਼ ਆਪਾਂ ਕਰਨੀ ਹੈ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਓ ਗੁਰੂ ਚਰਨਾਂ ਵਿੱਚ ਸੀਸ ਨਿਵਾ ਕੇ ਰਲ ਮਿਲ ਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੀਂਦ ਦੋ ਪ੍ਰਕਾਰ ਦੀ ਹੁੰਦੀ ਹੈ। ਇੱਕ ਜੋ ਕੁਦਰਤ ਦਾ ਵਰਦਾਨ ਹੈ, ਸਰੀਰ ਨੂੰ ਸਹੀ ਢੰਗ ਨਾਲ ਚਲਾਉਣ ਲਈ
ਕੁਝ ਸਮੇਂ ਲਈ ਸੋਣਾ ਅਤ ਜ਼ਰੂਰੀ ਹੈ। ਇਹ ਜਿਹੜੀ ਸਰੀਰਕ ਨੀਂਦ ਹੈ, ਇਹ ਵੀ ਹਰ ਦਿਨ ਕੁਝ ਨਿਸ਼ਚਿਤ ਸਮੇਂ ਲਈ ਲੈਣੀ ਅਤ ਲਾਜ਼ਮੀ ਹੈ। ਇੱਕ ਨੀਂਦ ਤੇ ਇਹ ਹੈ, ਪਰ ਇੱਕ ਹੋਰ ਨੀਂਦ ਹੈ ਜੀਵਨ ਨੂੰ ਸਹੀ ਢੰਗ ਨਾਲ ਚਲਾਉਣ ਲਈ, ਸਰੀਰ ਨੂੰ ਚਲਾਉਣ ਲਈ ਇੱਕ ਨੀਂਦ ਜੋ ਕੁਦਰਤ ਨੇ ਦਿੱਤੀ ਹੈ ਉਹ ਜ਼ਰੂਰੀ ਹੈ ਕੁਝ ਸਮੇਂ ਲਈ। ਪਰ ਇੱਕ ਨੀਂਦ ਉਹ ਹੈ ਜੋ ਜੀਵਨ ਨੂੰ ਸਹੀ ਢੰਗ ਨਾਲ ਚਲਾਉਣ ਵਾਸਤੇ ਤਿਆਗਣੀ ਜ਼ਰੂਰੀ ਹੈ। ਉਸ ਨੀਂਦ ਨੂੰ ਗੁਰਦੇਵ ਨੇ ਕਿਹਾ ਵੀ ਹੈ, ਕਿਆ ਤੂੰ ਸੋਇਆ ਜਾਗ ਇਆਨਾ, ਤੈ ਜੀਵਨ ਜਗ ਸੱਚ ਕਰ ਜਾਨਾ। ਕਿਤੇ ਕਹਿ ਰਹੇ ਹਨ ਨੀਂਦ ਤਿਆਗ ਦੇ, ਕੀ ਸੁੱਤਾ ਪਿਆ? ਕਿਹੜੀ ਨੀਂਦ ਦੀ ਗੱਲ ਕਰਦੇ ਹਨ? ਇਹ ਹੈ ਚੇਤਨਾ ਦੀ ਨੀਂਦ, ਇਹ ਹੈ ਬੇਖਬਰੀ, ਇਹ ਹੈ ਗਫਲਤ, ਜਿਸ ਕਰਕੇ ਮਨੁੱਖ ਲਾਪਰਵਾਹ ਹੋ ਜਾਂਦਾ ਹੈ। ਗੁਰਦੇਵ ਕਹਿੰਦੇ ਨੇ ਇਸ ਨੀਂਦ ਨੂੰ ਤੋੜ ਦੇ, ਇਸ ਨੀਂਦ ਨੂੰ ਛੱਡ ਦੇ। ਕੀ ਸੁੱਤਾ ਪਿਆ? ਉੱਠ, ਜਾਗ ਤੇ ਸੁਚੇਤ ਹੋ ਕੇ ਆਪਣੇ ਜੀਵਨ ਨੂੰ ਸਹੀ ਢੰਗ ਨਾਲ ਵੇਖ। ਸਹੀ ਢੰਗ ਨਾਲ ਦੇਖਣ ਦਾ ਮਤਲਬ, ਗੁਰਦੇਵ ਕਹਿੰਦੇ ਨੇ ਇਸ ਜਗਤ ਦੇ ਵਿੱਚ ਪਿਆਰਿਆ, ਤੂੰ ਕੀ ਕਰਨ ਆਇਆ ਸੀ ਤੇ ਕੀ ਕਰ ਰਿਹਾ ਹੈ? ਆਪਣਾ ਨਸ਼ਾ ਤਿਆਗ, ਹੋਸ਼ ਵਿੱਚ ਆ ਤੇ ਵਿਚਾਰ। ਕਿਉਂਕਿ ਅਕਸਰ ਜਦ ਮਨੁੱਖ ਦੀ ਚੇਤਨਾ ਕੰਮ ਨਾ ਕਰੇ, ਮਨੁੱਖ ਨੂੰ ਖੁਦ ਵੀ ਖਬਰ ਨਹੀਂ ਹੁੰਦੀ ਮੈਂ ਕਰ ਕੀ ਰਿਹਾ। ਬੇਹੋਸ਼ੀ ਦੇ ਆਲਮ ਵਿੱਚ ਐਸਾ ਹੀ ਕੁਝ ਹੁੰਦਾ ਹੈ। ਗੁਰੂ ਪਾਤਸ਼ਾਹ ਜੀ ਇਸ ਲਈ ਬਹੁਤ ਪਿਆਰੇ ਢੰਗ ਨਾਲ ਚੋਬ ਦਿੰਦੇ ਹਨ। ਚੋਬ, ਗੁਰੂ ਦਾ ਬਚਨ ਆਪ ਕਹੋਗੇ ਵੀ ਇਹ ਵੀ ਚੁਬਨ ਹੈ? ਹਾਂ, ਕੁਝ ਚੁਬਨ ਹੁੰਦੀ ਹੈ ਭਲੇ ਵਾਸਤੇ। ਗੁਰੂ ਦਾ ਬਚਨ ਚੁਬਨ ਦਿੰਦਾ ਹੈ। ਜੈਸੇ ਦੁਨੀ ਚੰਦ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੂਈ ਦੀ ਉਦਾਹਰਣ ਦੇ ਕੇ ਧੰਦੇ ਵਿੱਚ ਰੱਤੇ, ਧਨ ਵਿੱਚ ਰੱਤੇ, ਦੁਨੀ ਚੰਦ ਨੂੰ ਜਗਾ ਦਿੱਤਾ ਮਾਨੋ ਸੂਈ ਦੀ ਚੋਬ ਦੇ ਕੇ ਕਿ ਬੰਦਿਆ ਕੱਖ ਵੀ ਤੇਰੇ ਨਾਲ ਨਹੀਂ ਜਾਣਾ, ਤੂੰ ਕਿੱਥੇ ਉਲਝਿਆ ਪਿਆ। ਗੁਰੂ ਨਾਨਕ ਪਾਤਸ਼ਾਹ ਜੀ ਦੀ ਸੂਈ ਨੇ ਐਸਾ ਕੰਮ ਕੀਤਾ, ਦੁਨੀ ਚੰਦ ਉਸੇ ਦਿਨ ਜਾਗ ਗਿਆ। ਨੀਂਦ ਟੁੱਟ ਗਈ, ਹੋਸ਼ ਆ ਗਈ। ਗੁਰੂ ਨਾਨਕ ਦੇ ਚਰਨਾਂ ਨੂੰ ਪਕੜ ਲਿਆ, ਫੜ ਲਿਆ ਗੁਰੂ ਨਾਨਕ ਦੇ ਚਰਨਾਂ ਨੂੰ। ਭੁੱਲ ਹੋ ਗਈ, ਬਖਸ਼ ਲੈ ਦਾਤਿਆ। ਹੁਣ ਤੱਕ ਦੀ ਜ਼ਿੰਦਗੀ ਅਜ਼ਾਈ ਗਵਾ ਦਿੱਤੀ, ਵਿਅਰਥ ਗਵਾ ਦਿੱਤੀ। ਸਤਿਗੁਰੂ ਅੱਗੇ ਵਾਸਤੇ ਦੱਸ ਕੀ ਕਰਾਂ, ਮੈਨੂੰ ਹੋਸ਼ ਆ ਗਈ ਹੈ। ਪਾਤਸ਼ਾਹ ਕਹਿੰਦੇ ਫਿਰ ਇਹ ਹੇਰਾ ਫੇਰੀਆਂ ਛੱਡ, ਜੀਵਨ ਨੂੰ ਧਨ ਜੋੜਨ ਵਾਸਤੇ ਨਾ ਲਗਾ, ਕੇਵਲ ਧਰਮ ਨੂੰ ਜੋੜ, ਪ੍ਰਭੂ ਦੇ ਨਾਮ ਨਾਲ ਆਪਣੇ ਮਨ ਨੂੰ ਜੋੜ। ਦੁਨੀ ਚੰਦ ਦੀ ਦੇਖੋ ਜਾਗਰਤੀ ਕਿੰਨੀ ਵੱਡੀ ਹੋਣੀ ਹੈ। ਖਿਮਾ ਕਰਨਾ, ਕੁਝ ਇਸ ਤਰ੍ਹਾਂ ਦੇ ਵੀ ਲੋਕ ਨੇ ਜਿਨ੍ਹਾਂ ਨੂੰ ਧਨ ਛੱਡਣ ਲੱਗਿਆਂ, ਕੁਝ ਪੈਸੇ ਛੱਡਣ ਲੱਗਿਆਂ ਵੀ ਬੜਾ ਜ਼ੋਰ ਪੈਂਦਾ ਹੈ। ਬਹੁਤ ਔਖਾ ਹੈ, ਧਨ ਦਾ ਤਿਆਗ ਬਹੁਤ ਔਖਾ ਹੈ। ਕਿਉਂਕਿ ਧਨ ਦੇ ਨਾਲ ਲਗਾਵ ਹੈ, ਧਨ ਸਭ ਕੁਝ ਸਾਨੂੰ ਲੱਗਦਾ ਹੈ। ਪਰ ਦੁਨੀ ਚੰਦ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਹੁਕਮ ਕੀਤਾ,
ਜੋ ਹੁਣ ਤੱਕ ਹੱਕ ਮਾਰ ਕੇ ਹੋਰ ਗਲਤ ਢੰਗਾਂ ਨਾਲ ਦੌਲਤ ਕਮਾਈ ਹੈ, ਸੱਜਣਾ ਇਸ ਨੂੰ ਵੰਡ ਦੇ, ਫਿਰ ਤੋਂ ਸ਼ੁਰੂਆਤ ਕਰ। ਹੈਰਾਨ ਹੁੰਨੇ ਹਾਂ ਇਤਿਹਾਸ ਪੜ੍ਹ ਕੇ, ਕਿਤਨੀ ਜਾਗਰਤੀ ਆਈ ਹੋਏਗੀ ਉਸ ਮਨੁੱਖ ਦੇ ਮਨ ਵਿੱਚ ਜੋ ਧਨ ਨੂੰ ਇਤਨਾ ਪਿਆਰ ਕਰਦਾ ਸੀ ਕਿ ਝੰਡੇ ਆਪਣੇ ਘਰ ਦੇ ਉੱਤੇ ਲਗਾਉਂਦਾ ਸੀ। ਉਹ ਧਨ ਨੂੰ ਤਿਆਗਣ ਲਈ ਇਤਨੀ ਜਲਦੀ ਤਿਆਰ ਹੋ ਗਿਆ। ਇਹਦਾ ਮਤਲਬ ਜਾਗ ਗਿਆ, ਇਹਦਾ ਮਤਲਬ ਸੁਚੇਤ ਹੋ ਗਿਆ, ਜੁੜ ਗਿਆ ਬੰਦਗੀ 'ਚ। ਗੁਰੂ ਨਾਨਕ ਦੀ ਚੋਭ ਹਿਰਦੇ ਵਿੱਚ ਐਸੀ ਲੱਗੀ ਕਿ ਉਹ ਜਾਗ ਉੱਠਿਆ। ਸੱਜਣ ਵਰਗੇ ਠੱਗ ਨੂੰ ਗੁਰੂ ਨਾਨਕ ਨੇ ਆਪਣੇ ਬਚਨ ਨਾਲ ਜਗਾ ਦਿੱਤਾ। ਬਹੁਤੀ ਉਮਰ ਗਫਲਤ ਵਿੱਚ ਬੀਤ ਗਈ ਸੀ, ਬਹੁਤੀ ਉਮਰ ਬੇਹੋਸ਼ੀ ਵਿੱਚ ਬੀਤ ਗਈ ਸੀ। ਹੋਸ਼ ਆਈ ਤਾਂ ਗੁਰੂ ਨਾਨਕ ਦੇ ਚਰਨ ਫੜੇ। ਗੁਰੂ ਨਾਨਕ ਦੇ ਬਚਨਾਂ ਨੇ ਐਸਾ ਹੋਸ਼ ਵਿੱਚ ਲਿਆਂਦਾ, ਸੱਜਣ ਦਾ ਠੱਗ ਉਸੇ ਦਿਨ ਮਰ ਗਿਆ ਔਰ ਸੱਜਣ ਜਿੰਦਾ ਹੋ ਗਿਆ। ਗੁਰੂ ਦਾ ਬਚਨ ਚੋਭ ਦਿੰਦਾ ਹੈ। ਨੌਵੇਂ ਨਾਨਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਇਸ ਲਈ ਕਹਿੰਦੇ ਨੇ, ਕਿਹੜੀ ਨੀਂਦ ਵਿੱਚ ਸੁੱਤਾ ਹੈ, ਗਫਲਤ ਤਿਆਗ ਹੋਸ਼ ਵਿੱਚ ਆ। ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ। ਕਿਹੜੇ ਗਫਲਤ ਵਿੱਚ ਹੈ, ਜਾਗ, ਹੋਸ਼ ਕਰ। ਕਿਸ ਗੱਲ ਦਾ ਹੋਸ਼ ਕਰੀਏ? ਹੋਸ਼ ਕਰ, ਤੂੰ ਸੋਚਦਾ ਹੈ ਤੂੰ ਜਵਾਨ ਹੈ ਤੇ ਜਵਾਨੀ ਦੇ ਮਦ ਵਿੱਚ ਮਸਤ ਹੈ ਕਿ ਹਮੇਸ਼ਾ ਹੀ ਤੂੰ ਜਵਾਨ ਰਹੇਗਾ। ਇਹ ਚਲੀ ਜਾਣੀ ਹੈ, ਇਹਦਾ ਸਦਉਪਯੋਗ ਕਰ ਲੈ, ਹੋਸ਼ ਕਰ। ਤੇਰੇ ਕੋਲ ਕੀਮਤੀ ਹੀਰਾ ਹੈ, ਇਹ ਜਵਾਨੀ ਦੇ ਰੂਪ ਵਿੱਚ ਵਾਹਿਗੁਰੂ ਦਾ ਵਰਦਾਨ ਹੈ। ਇਹ ਜਵਾਨੀ ਦੇ ਰੂਪ ਵਿੱਚ ਇਹਨੂੰ ਕੋਡੀਆਂ ਦੇ ਭਾਅ ਨਾ ਗਵਾ, ਇੱਧਰ ਉੱਧਰ ਮੋਢੇ ਮਾਰ ਕੇ, ਇੱਧਰ ਉੱਧਰ ਭਟਕ ਕੇ ਭੈੜੇ ਕੰਮਾਂ ਦੇ ਵਿੱਚ ਇਸ ਨੂੰ ਨਾ ਗਵਾ। ਇਹ ਬੜੀ ਤਕੜੀ ਸ਼ਕਤੀ ਵਾਹਿਗੁਰੂ ਨੇ ਦਿੱਤੀ ਹੈ। ਸਰੀਰ ਵਿੱਚ ਸਭ ਤੋਂ ਜ਼ਿਆਦਾ ਬਲ ਇਸੇ ਉਮਰ ਵਿੱਚ ਹੁੰਦਾ ਹੈ। ਸਿਆਣਿਆਂ ਕਿਹਾ ਹੈ, ਹੜ੍ਹ ਦੇ ਜਲ ਦੇ ਵਿੱਚ ਬੜੀ ਤਾਕਤ ਹੁੰਦੀ ਹੈ, ਪਰ ਉਹ ਜਲ ਦੀ ਤਾਕਤ ਕਈ ਵਾਰੀ ਪਿੰਡ ਵੀ ਉਜਾੜ ਦਿੰਦੀ ਹੈ। ਇਤਨੀ ਤਾਕਤ ਹੁੰਦੀ ਹੈ, ਪਿੰਡਾਂ ਦੇ ਪਿੰਡਾਂ ਨੂੰ ਉਜਾੜ ਦਿੰਦੀ ਹੈ। ਪਰ ਜੇ ਕਿਤੇ ਉਸ ਦਾ ਸਦ ਉਪਯੋਗ ਕਰ ਲਿਆ ਜਾਵੇ ਔਰ ਢੰਗ ਨਾਲ ਉਸ ਨੂੰ ਮਰਿਆਦਾ ਵਿੱਚ ਲੈ ਲਿਆ ਜਾਵੇ, ਬਾਂਧ ਆਦਿਕ ਬਣਾ ਕੇ, ਉਹੀ ਜਲ ਊਰਜਾ ਪੈਦਾ ਕਰਦਾ ਹੈ, ਇਲੈਕਟ੍ਰਿਸਿਟੀ ਪੈਦਾ ਕਰਦਾ ਹੈ। ਉਹੀ ਜਲ ਐਸੀ ਬਿਜਲੀ ਪੈਦਾ ਕਰਦਾ ਕਿ ਕਈ ਘਰਾਂ ਨੂੰ ਰੋਸ਼ਨਾ ਦਿੰਦੀ ਹੈ। ਇਹ ਜਵਾਨੀ ਵੀ ਇੰਝ ਹੀ ਹੈ, ਜੇ ਇਹਦਾ ਸਦਉਪਯੋਗ ਕਰ ਲਿਆ ਜਾਵੇ, ਗੁਰੂ ਦੀ ਮਰਿਆਦਾ ਵਿੱਚ ਲੈ ਲਿਆ ਜਾਵੇ, ਇਹ ਘਰਾਂ ਨੂੰ ਉਜਾੜਨ ਦੇ ਕੰਮ ਨਹੀਂ ਆਏਗੀ, ਘਰਾਂ ਨੂੰ ਵਸਾਉਣ ਦੇ ਕੰਮ ਆਏਗੀ। ਇਹ ਪੱਤ ਲੁੱਟਣ ਦੇ ਕੰਮ ਨਹੀਂ ਆਏਗੀ, ਖਿਮਾ ਕਰਨਾ ਪੱਤ ਬਚਾਉਣ ਦੇ ਕੰਮ ਆਏਗੀ। ਇਹ ਜ਼ੁਲਮ ਕਰਨ ਦੇ ਕੰਮ ਨਹੀਂ ਆਏਗੀ, ਖਿਮਾ ਕਰਨਾ ਜ਼ੁਲਮ ਦੇ ਤੋਂ ਰੱਖਿਆ ਕਰਨ ਦੇ ਵਿੱਚ ਕੰਮ ਆਏਗੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਜਵਾਨੀ ਦਾ ਸਦਉਪਯੋਗ ਕੀਤਾ। ਸਿੱਖਾਂ ਨੂੰ ਕਿਹਾ, ਆਓ ਹੁਣ ਧਰਮ ਯੁੱਧ ਵਿੱਚ ਹਿੱਸਾ ਪਾਈਏ, ਔਰ ਕਿਹਾ ਆਪਣੀਆਂ ਜਵਾਨੀਆਂ ਭੇਟ ਕਰੋ। ਗੁਰੂ ਨੂੰ ਦੇ ਦਿੱਤੀਆਂ, ਪਾਤਸ਼ਾਹ ਹੁਣ ਤੁਸੀਂ ਇਸ ਦਾ ਉਪਯੋਗ ਕਰੋ। ਐਸਾ ਹੀ ਸਦ ਉਪਯੋਗ ਕੀਤਾ ਕਿ ਖਾਲਸੇ ਦੀ ਸਿਰਜਣਾ ਕਰ ਦਿੱਤੀ, ਮਹਾਨ ਯੋਧੇ ਬਣਾ ਦਿੱਤੇ, ਪਰਉਪਕਾਰੀ ਬਣਾ ਦਿੱਤੇ, ਸੰਤ ਤੇ ਸਿਪਾਹੀ ਬਣਾ ਦਿੱਤੇ। ਜੋ ਹੋ ਸਕਦਾ ਹੈ ਚੋਰ ਬਣ ਜਾਂਦੇ, ਹੋ ਸਕਦਾ ਵਿਵਚਾਰੀ ਬਣ ਜਾਂਦੇ, ਹੋ ਸਕਦਾ ਉਜਾੜਾ ਕਰਨ ਵਾਲੇ ਬਣਦੇ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਰਿਆਦਾ ਵਿੱਚ ਆ ਕੇ ਉਹ ਜਵਾਨੀਆਂ ਇਸ ਦੇਸ਼ ਦਾ, ਲੋਕਾਂ ਦਾ ਭਲਾ ਕਰਨ ਵਾਲੀਆਂ ਬਣ ਗਈਆਂ। ਇਸ ਲਈ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਇਸ ਜਵਾਨੀ ਦੇ ਮਦ ਵਿੱਚ, ਨਸ਼ੇ ਵਿੱਚ ਨਾ ਆ ਮੇਰੇ ਪਿਆਰਿਆ, ਹੋਸ਼ ਕਰ, ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ। ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਜੋ ਤੇਰੇ ਨਾਲ ਉਪਜਿਆ ਨਾ ਸਰੀਰ, ਇਹ ਵੀ ਨਾਲ ਨਹੀਂ ਜਾਣਾ। ਕਿਹੜੇ ਵਹਿਮ ਵਿੱਚ ਹੈ, ਕਿਹੜੀ ਗਫਲਤ ਵਿੱਚ ਹੈ। ਇਸ ਲਈ ਗੁਰੂ ਤੇਗ ਬਹਾਦਰ ਮਹਾਰਾਜ ਦੇ ਇੱਕ ਬਚਨ ਨੂੰ ਨਾਲ ਲਈਏ, ਫਿਰ ਅੱਗੇ ਤੁਰਦੇ ਹਾਂ ਇਸੇ ਹੀ ਪ੍ਰਕਰਨ ਨੂੰ ਲੈ ਕੇ। ਹਜ਼ੂਰ ਕਹਿੰਦੇ ਨੇ, ਤਰਨਾ ਭੋ ਇਉਂ ਹੀ ਗਇਓ।
ਆਪਾਂ ਜਿਹੜੀ ਵਿਚਾਰ ਕਰ ਰਹੇ ਹਾਂ ਇਸੇ ਹੀ ਬਚਨ ਦੀ ਕਰ ਰਹੇ ਹਾਂ। ਤਰਨ ਕਹਿੰਦੇ ਹਨ ਜਵਾਨੀ ਨੂੰ, ਅਸਲ ਲਫ਼ਜ਼ ਹੈ ਤਰੁਣ। ਉਸ ਦੀ ਵਰਤੋਂ ਹਜ਼ੂਰ ਨੇ ਕੀਤੀ ਹੈ ਤਰਨ, ਤਰਨਾਪ। ਤਰਨ ਕਹਿੰਦੇ ਨੇ ਜਵਾਨ ਨੂੰ, ਤਰਨਾਪੋ ਜਵਾਨੀ। ਤੇਰੀ ਇਹ ਜਵਾਨੀ ਤੂੰ ਗੌਰ ਕਰ, ਐਵੇਂ ਹੀ ਜਾ ਰਹੀ ਹੈ, ਵਿਅਰਥ ਹੀ, ਫਿਜ਼ੂਲ ਕੰਮਾਂ ਵਿੱਚ ਜਾ ਰਹੀ ਹੈ। ਇਸ ਵਿਸ਼ੇਸ਼ ਮੌਕੇ ਦਾ ਤੈਨੂੰ ਚਾਹੀਦਾ ਹੈ ਲਾਭ ਉਠਾਵੇਂ, ਨਹੀਂ ਤਾਂ ਗੁਰਦੇਵ ਨੇ ਨਾਲ ਇਹ ਵੀ ਸਾਵਧਾਨ ਕਰਦਿਆਂ ਹੋਇਆਂ ਕਿਹਾ, ਲਿਓ ਜਰਾ ਤਨ ਜੀਤ। ਜਰਾ ਬੁਢੇਪਾ, ਇਹ ਮੌਕਾ ਖਿਸਕ ਜਾਣਾ ਹੈ, ਜਵਾਨੀ ਤੋਂ ਬਚਾ ਕੇ ਰੱਖ ਨਹੀਂ ਸਕੇਗਾ। ਬੁਢੇਪਾ ਬੜਾ ਤਾਕਤਵਰ ਜੇ, ਤੇਰੇ ਇਸ ਤਨ ਨੂੰ ਜਿੱਤ ਲਏਗਾ, ਜਵਾਨੀ ਨੂੰ ਇੱਥੋਂ ਵਿਦਾ ਕਰ ਦੇਗਾ ਔਰ ਆਪਣਾ ਕਬਜ਼ਾ ਤੇਰੇ ਸਰੀਰ ਤੇ ਕਰ ਲਏਗਾ। ਸਾਡੇ ਦੇਖਦਿਆਂ ਦੇਖਦਿਆਂ ਸਾਡਾ ਸਰੀਰ ਬਦਲਾਵ ਵਿੱਚ ਆ ਜਾਂਦਾ ਹੈ, ਜਵਾਨੀ ਬੁਢੇਪੇ ਵਿੱਚ ਤਬਦੀਲ ਹੋਣ ਲੱਗ ਪੈਂਦੀ ਹੈ। ਸਰੀਰ ਦਾ ਇੱਕ ਇੱਕ ਅੰਗ ਆਪਣੀ ਸ਼ਕਤੀ, ਆਪਣੇ ਬਲ ਨੂੰ ਛੱਡਣ ਲੱਗ ਪੈਂਦਾ ਹੈ। ਹੱਥ ਜੋ ਪਹਿਲਾਂ ਕਰ ਸਕਦੇ ਸੀ ਹੁਣ ਨਹੀਂ ਕਰ ਪਾ ਰਹੇ, ਪੈਰ ਜੈਸੇ ਪਹਿਲਾਂ ਦੌੜ ਸਕਦੇ ਸੀ ਹੁਣ ਨਹੀਂ ਦੌੜ ਪਾ ਰਹੇ। ਸਰੀਰ ਦਾ ਜ਼ਰਾ ਜ਼ਰਾ, ਸਰੀਰ ਦਾ ਪੁਰਜਾ ਪੁਰਜਾ ਬਜ਼ੁਰਗੀ ਜਾਂ ਬੁਢਾਪੇ ਨਾਮ ਦੀ ਬਿਮਾਰੀ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਔਰ ਇਸ ਬਿਮਾਰੀ ਦਾ ਇਲਾਜ ਕੋਈ ਨਹੀਂ, ਕੋਈ ਰੋਕ ਨਹੀਂ ਸਕਦਾ ਬੁਢੇਪੇ ਨੂੰ। ਐਸਾ ਹੋਣ ਤੋਂ ਪਹਿਲਾਂ ਕੋਸ਼ਿਸ਼ ਕਰ ਇਸ ਤਰਨਾਪੋ ਦਾ, ਇਸ ਜਵਾਨੀ ਦਾ ਸਦਉਪਯੋਗ ਕਰ ਲੈ। ਪਰ ਸਦਉਪਯੋਗ ਤਾਂ ਹੀ ਹੋਏਗਾ ਜੇ ਜਾਗਰਤੀ ਆਏਗੀ। ਇਸ ਲਈ ਬਾਬਾ ਕਬੀਰ ਸਾਹਿਬ ਨੇ ਬਹੁਤ ਹੀ ਉਪਕਾਰ ਵਿੱਚ ਆ ਕੇ ਕਿਹਾ, ਔਰ ਬੜਾ ਪਿਆਰਾ ਬਚਨ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਸੂਤਾ ਕਿਆ ਕਰਹਿ, ਉੱਠ ਕੇ ਨਾ ਜਪਹਿ ਮੁਰਾਰ। ਇੱਕ ਦਿਨ ਸੋਵਨ ਹੋਏਗੋ, ਲਾਂਬੇ ਗੋੜ ਪਸਾਰ। ਕਬੀਰ ਸੂਤਾ ਕਿਆ ਕਰਹਿ, ਬੈਠਾ ਰਹੋ ਅਰ ਜਾਗ। ਜਾ ਕੇ ਸੰਗ ਤੇ ਵਿਛੁਰਾ, ਤਾਹੀਂ ਕੈ ਸੰਗ ਲਾਗ। ਇੱਥੇ ਜਦ ਕਹਿ ਰਹੇ ਨੇ ਬੈਠਾ ਰਹੋ ਅਰ ਜਾਗ, ਇਹਦਾ ਮਤਲਬ ਇਹ ਨਹੀਂ ਕਿ ਰਾਤ ਭਰ ਤੁਸੀਂ ਬੈਠੇ ਰਹੋ ਚੌਕੜਾ ਮਾਰ ਕੇ ਤੇ ਸੋਣਾ ਛੱਡ ਦਿਓ। ਇਹ ਕੁਦਰਤ ਦਾ ਵਰਦਾਨ ਹੈ, ਇੱਕ ਨਿਸ਼ਚਿਤ ਸਮੇਂ ਲਈ ਸੋਣਾ ਵੀ ਜ਼ਰੂਰੀ ਹੈ। ਪਰ ਇੱਥੇ ਜਾਗਰਤੀ ਦੀ ਗੱਲ ਕਰ ਰਹੇ ਹਨ, ਮਾਨਸਿਕ ਜਾਗਰਤੀ, ਚੇਤਨਾ ਦੀ ਜਾਗਰਤੀ। ਸੁਚੇਤ ਹੋ ਕੇ ਆਪਣੀ ਜ਼ਿੰਦਗੀ ਨੂੰ ਜੀ। ਅਗਰ ਤੂੰ ਢੰਗ ਨਾਲ ਸੁਚੇਤ ਹੋ ਕੇ ਆਪਣੀ ਜ਼ਿੰਦਗੀ ਨੂੰ ਵੇਖੇਂਗਾ ਤੇ ਜਿਹੜਾ ਅੰਮ੍ਰਿਤ ਵੇਲੇ ਦਾ ਜਾਗਣਾ ਹੈ, ਪ੍ਰਭੂ ਦੀ ਇਬਾਦਤ ਵਿੱਚ ਜਾਗਣਾ ਹੈ, ਵਾਹਿਗੁਰੂ ਦੀ ਬੰਦਗੀ ਲਈ ਜਾਗਣਾ ਹੈ, ਇਹ ਖੁਦ ਹੀ ਤੇਰੇ ਮਨ ਤੋਂ ਆਏਗਾ, ਖੁਦ ਹੀ ਤੇਰੇ ਅੰਦਰੋਂ ਪ੍ਰਗਟ ਹੋਏਗਾ। ਤੈਨੂੰ ਬੱਧਾ ਚੱਟੀ ਸਵੇਰੇ ਅਲਾਰਮ ਲਗਾ ਕੇ ਆਪਣੇ ਆਪ ਨੂੰ ਖਿੱਚਣਾ ਨਹੀਂ ਪਏਗਾ, ਚੱਲ ਉੱਠ ਚੱਲ ਉੱਠ। ਮਨ ਕਹੇਗਾ ਉੱਠ ਜਾ, ਔਰ ਆਪਣੇ ਆਪ ਅੱਖ ਖੁੱਲਣ ਲੱਗ ਪਏਗੀ। ਜਿਸ ਕੰਮ ਨੂੰ ਤੁਸੀਂ ਜ਼ਰੂਰੀ ਸਮਝਦੇ ਹੋ ਔਰ ਜਿਸ ਨੂੰ ਤੁਸੀਂ ਜਾਣਦੇ ਹੋ ਵੀ ਬੜਾ ਜ਼ਰੂਰੀ ਹੈ, ਉਸ ਦੇ ਪ੍ਰਤੀ ਤੁਸੀਂ ਸੁਚੇਤ ਹੋ ਵੀ ਇਹ ਜ਼ਰੂਰੀ ਹੈ, ਉਸ ਵਾਸਤੇ ਕਈ ਵਾਰ ਅਲਾਰਮ ਲਗਾਉਣ ਦੀ ਵੀ ਲੋੜ ਨਹੀਂ ਪੈਂਦੀ। ਸਵੇਰੇ ਫਲਾਈਟ ਫੜਨੀ ਹੋਵੇ ਤੇ ਅੱਖ ਅਲਾਰਮ ਤੋਂ ਪਹਿਲਾਂ ਖੁੱਲ੍ਹਦੀ ਹੈ। ਕਿਤੇ ਬਿਜ਼ਨਸ ਡੀਲ ਤੇ ਜਾਣਾ ਹੋਵੇ ਤੇ ਅੱਖ ਸਮੇਂ ਤੋਂ ਪਹਿਲਾਂ ਖੁੱਲ੍ਹਦੀ ਹੈ। ਕਿਸੇ ਹੋਰ ਜ਼ਰੂਰੀ ਕੰਮ ਲਈ ਜਾਣਾ ਹੋਵੇ ਤਾਂ ਅਲਾਰਮ ਬਾਅਦ ਨੂੰ ਵੱਜਦਾ ਔਰ ਮਨੁੱਖ ਪਹਿਲਾਂ ਜਾਗ ਜਾਂਦਾ ਹੈ। ਕਿਉਂ ਜਾਗ ਜਾਂਦਾ ਹੈ? ਭਲਾ ਸਮਝੋ ਤਾਂ ਸਹੀ। ਤੁਹਾਡਾ ਮਨ ਉਸ ਨੂੰ ਜ਼ਰੂਰੀ ਸਮਝਦਾ ਹੈ, ਤੁਹਾਡੇ ਮਨ ਨੂੰ ਲੱਗਦਾ ਹੈ ਕਿ ਇਹ ਕੰਮ ਅਤ ਜ਼ਰੂਰੀ ਹੈ, ਤੁਹਾਡਾ ਮਨ ਉਸ ਦੇ ਪ੍ਰਤੀ ਜਾਗਦਾ ਹੈ। ਸਿਮਰਨ ਜ਼ਰੂਰੀ ਨਹੀਂ ਲੱਗ ਰਿਹਾ ਕਿਉਂਕਿ ਅਜੇ ਜਾਗਰਣ ਨਹੀਂ ਆਇਆ, ਹੋਸ਼ ਨਹੀਂ ਆਇਆ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਗੁਰੂ ਨਾਨਕ ਪਾਤਸ਼ਾਹ ਦੇ ਇੱਕ ਸਿੱਖ ਦਾ ਬੜਾ ਸੋਹਣਾ ਇੱਕ ਜ਼ਿਕਰ ਕੀਤਾ ਹੈ। ਗੁਰੂ ਨਾਨਕ ਪਹਿਲੀ ਉਦਾਸੀ ਤੋਂ ਬਾਅਦ ਨਨਕਾਣਾ ਸਾਹਿਬ ਆਏ।
ਰਾਏ ਭੋਏ ਦੀ ਇਸ ਤਲਵੰਡੀ ਵਿੱਚ ਰਾਏ ਬੁਲਾਰ ਸਮੇਤ ਹੋਰ ਬਹੁਤ ਸਾਰੇ ਲੋਕ ਖੁਸ਼ ਹੋ ਗਏ। ਧੰਨ ਗੁਰੂ ਨਾਨਕ ਆ ਗਏ, ਧੰਨ ਗੁਰੂ ਨਾਨਕ ਆ ਗਏ। ਤੇ ਉੱਥੇ ਦੀਵਾਨ ਸਜਣ ਲੱਗ ਪਿਆ ਤਲਵੰਡੀ ਦੀ ਧਰਤੀ ਤੇ, ਵਾਹਿਗੁਰੂ ਨਨਕਾਣਾ ਸਾਹਿਬ ਦੀ ਧਰਤੀ ਤੇ। ਅੰਮ੍ਰਿਤ ਵੇਲੇ ਗੁਰੂ ਨਾਨਕ ਪਾਤਸ਼ਾਹ ਦਾ ਕਿਉਂਕਿ ਮੂਲ ਸੁਭਾਅ ਹੈ ਅੰਮ੍ਰਿਤ ਵੇਲੇ ਜਾਗ ਕੇ ਇਬਾਦਤ ਕਰਨਾ, ਉਹ ਪਹਿਲਾਂ ਤੋਂ ਹੀ ਹਜ਼ੂਰ ਜੁੜਦੇ ਬਹੁਤ ਸਾਰੀ ਸੰਗਤ ਜੁੜਨ ਲੱਗ ਪਈ, ਨਗਰ ਵਾਸੀ ਜੁੜਨ ਲੱਗ ਪਏ। ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਗੱਲ ਨੋਟ ਕੀਤੀ। ਸਵੇਰੇ 4 ਵਜੇ ਜਿੱਥੇ ਇਸ ਦੀਵਾਨ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਬਹੁਤ ਸਾਰੇ ਬਜ਼ੁਰਗ ਬੈਠਦੇ, ਜਵਾਨ ਬੈਠਦੇ, ਇਸਤਰੀਆਂ ਤੇ ਪੁਰਖ ਆ ਕੇ ਗੁਰੂ ਨਾਨਕ ਦੇ ਅੰਮ੍ਰਿਤ ਬਚਨਾਂ ਨੂੰ ਸੁਣਦੇ। ਉੱਥੇ ਹੈਰਾਨੀ ਇਸ ਗੱਲ ਦੀ ਕਿ 10 ਸਾਲ ਦਾ ਬੱਚਾ ਇਕੱਲਾ ਆਵੇ ਤੇ ਪਿੱਛੇ ਆ ਕੇ ਬੈਠ ਜਾਵੇ। ਰੋਜ਼ ਸੁਣਦਾ, ਔਰ ਜਦ ਉਹ ਸੁਣਦਾ ਤੇ ਕੇਵਲ ਸੁਣਦਾ ਹੀ। ਆਮ ਕਰਕੇ ਅਸੀਂ ਦੇਖਦੇ ਹਾਂ, ਬੱਚਾ ਛੱਡੋ ਵੱਡਿਆਂ ਤੱਕ, ਬਜ਼ੁਰਗਾਂ ਤੱਕ ਆ ਤੇ ਗਏ ਹਨ ਕਿਸੇ ਕਾਰਨਵਸ਼ ਗੁਰੂ ਘਰ, ਪਰ ਉੱਥੇ ਕੀਰਤਨ ਦਾ ਪ੍ਰਵਾਹ ਚੱਲ ਰਿਹਾ, ਬਾਣੀ ਦਾ ਪ੍ਰਵਾਹ ਚੱਲ ਰਿਹਾ, ਔਰ ਕਥਾ ਦਾ ਪ੍ਰਵਾਹ ਚੱਲ ਰਿਹਾ। ਤਾਂ ਕੁਝ ਇਸ ਤਰ੍ਹਾਂ ਦੇ ਹੁੰਦੇ ਨੇ, ਬੈਠੇ ਹਨ ਪਰ ਸੁਣ ਨਹੀਂ ਰਹੇ, ਬਸ ਹੋਰ ਚੀਜ਼ਾਂ ਵੱਲ ਧਿਆਨ ਬਾਰ-ਬਾਰ ਜਾ ਰਿਹਾ। ਕਿਸੇ ਦੇ ਵਸਤਰਾਂ ਵੱਲ, ਕਿਸੇ ਦੇ ਬੈਠਣ ਦੇ ਢੰਗ ਵੱਲ, ਕਿਸੇ ਵਸਤੂ ਵੱਲ। ਖਾਸ ਕਰ ਛੋਟੇ ਬੱਚਿਆਂ ਨੂੰ ਤੇ ਅਸੀਂ ਦੇਖਦੇ ਹਾਂ, ਉਹਨਾਂ ਦਾ ਮਨ ਨਹੀਂ ਬਣ ਪਾਉਂਦਾ, ਸੁਣਨ ਵਿੱਚ ਉਹ ਕਨੈਕਟ ਨਹੀਂ ਹੋ ਪਾਉਂਦੇ। ਉਹ ਬੱਚਾ ਜਦ ਸੁਣਦਾ ਹੈ ਤੇ ਉਹ ਸੁਣਦਾ ਹੀ ਹੈ ਚੌਕੜਾ ਮਾਰ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣਦਾ, ਔਰ ਇੰਜ ਲੱਗਦਾ ਉਹ ਪੀ ਰਿਹਾ, ਗੁਰੂ ਦੇ ਬਚਨਾਂ ਨੂੰ ਪੀ ਰਿਹਾ। ਇਤਨੀ ਇਕਾਗਰਤਾ, ਇਤਨੀ ਲਗਨ, ਔਰ ਅੰਮ੍ਰਿਤ ਵੇਲੇ ਉੱਠਣਾ, ਇਹ ਹੈਰਾਨ ਕਰ ਰਿਹਾ ਸੀ। ਤਾਂ ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਨੇ ਸਿੱਖਾਂ ਨੂੰ ਕਿਹਾ, ਭਾਈ ਉਹ ਜਿਹੜਾ ਬੱਚਾ ਹੈ, ਕਿਉਂਕਿ ਹਰ ਰੋਜ਼ ਅਜੇ ਦੀਵਾਨ ਸਮਾਪਤ ਹੋਇਆ ਉਹ ਉੱਠ ਕੇ ਚਲਾ ਜਾਂਦਾ ਸੀ, ਪਹਿਲਾਂ ਹੀ ਬਚਨ ਸੁਣਨੇ ਤੇ ਚਲੇ ਜਾਣਾ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਭਾਈ ਅੱਜ ਉਸ ਬੱਚੇ ਨੂੰ ਰੋਕਣਾ, ਆਪਾਂ ਉਸ ਨੂੰ ਮਿਲਣਾ ਹੈ, ਆਪਾਂ ਉਸ ਨੂੰ ਮਿਲ ਕੇ ਕੁਝ ਪੁੱਛਣਾ ਹੈ। ਤਾਂ ਇੱਕ ਸਿੱਖ ਨੇ ਜਾ ਕੇ ਪਹਿਲਾਂ ਹੀ ਰੋਕ ਲਿਆ, ਪੁੱਤਰ ਅੱਜ ਜਾਈ ਨਾ, ਅੱਜ ਗੁਰੂ ਨਾਨਕ ਤੈਨੂੰ ਮਿਲਣਾ ਚਾਹੁੰਦੇ ਨੇ ਤੇ ਤੂੰ ਭਾਗਾਂ ਵਾਲਾ ਹੈ। ਉਹ ਗੁਰੂ ਨਾਨਕ ਤੈਨੂੰ ਰੋਕ ਰਹੇ ਹਨ, ਤੂੰ ਭਾਗਾਂ ਵਾਲਾ ਹੈ, ਤੂੰ ਕਿਸਮਤ ਵਾਲਾ ਹੈ। ਬੱਚਾ ਵੀ ਖੁਸ਼ ਹੋਇਆ, ਪ੍ਰਸੰਨ ਹੋਇਆ, ਰੁਕ ਗਿਆ। ਦੀਵਾਨ ਸਮਾਪਤ ਹੋਇਆ। ਗੁਰੂ ਨਾਨਕ ਪਾਤਸ਼ਾਹ ਨੇ ਉਸ ਨੂੰ ਆਪਣੇ ਕੋਲ ਬੁਲਾਇਆ, ਆਖਿਆ, ਪੁੱਤਰ ਜੀ ਤੇਰਾ ਨਾਮ ਕੀ ਹੈ? ਕਹਿੰਦਾ, ਹਜ਼ੂਰ ਮੇਰਾ ਨਾਮ ਤਾਰੂ ਹੈ। ਮੇਰਾ ਨਾਮ ਤਾਰੂ ਹੈ। ਪਾਤਸ਼ਾਹ ਕਹਿੰਦੇ ਨੇ, ਕਿੱਥੋਂ ਆਉਣਾ ਹੈ? ਕਹਿੰਦੇ ਜੀ ਲਾਗਲੇ ਪਿੰਡੋਂ। ਕਿਸ ਨਾਲ ਆਉਣਾ ਹੈ? ਜੀ ਕੱਲਾ। ਪੁੱਤਰ ਇਹ ਗੱਲ ਦੱਸ, ਅਜੇ ਤੂੰ 10 ਕੁ ਵਰਿਆਂ ਦਾ ਹੈ ਤੇ ਤੈਨੂੰ ਸਤਸੰਗਤ ਦੀ ਕਿਵੇਂ ਖਬਰ ਲੱਗੀ, ਜਾਂ ਕਿਵੇਂ ਤੈਨੂੰ ਲੱਗਿਆ ਵੀ ਸਤਸੰਗ ਕਰਨੀ ਚਾਹੀਦੀ ਹੈ? ਕਿਵੇਂ ਤੈਨੂੰ ਲੱਗਿਆ ਕਿ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ? ਐਸਾ ਕੀ ਕਾਰਨ ਹੈ? ਆਮ ਤੌਰ ਤੇ ਬੱਚੇ ਨਹੀਂ ਆਉਂਦੇ, ਆਮ ਤੌਰ ਤੇ ਬੱਚੇ ਤੇ ਸੁੱਤੇ ਰਹਿੰਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਧਰਮ ਕੀ ਹੈ। ਬਹੁਤ ਘੱਟ ਬੱਚਿਆਂ ਨੂੰ ਇਸ ਤਰ੍ਹਾਂ ਪਤਾ ਹੁੰਦਾ ਹੈ। ਤੇਰੇ ਅੰਦਰ ਇਹ ਰੁਚੀ ਕਿਵੇਂ ਪੈਦਾ ਹੋਈ, ਇਹ ਲਗਨ ਕਿਵੇਂ ਬਣੀ ਕਿ ਅੰਮ੍ਰਿਤ ਵੇਲੇ ਉੱਠ ਜਾਂਦਾ? ਰਸਤਾ ਕਿਉਂਕਿ ਜੰਗਲ ਦਾ ਤੇ ਤੈਨੂੰ ਭੈ ਨਹੀਂ ਲੱਗਦਾ, ਇਤਨਾ ਖਤਰਾ ਉਠਾ ਕੇ ਤੇ ਤੂੰ ਸਤਸੰਗ ਵਿੱਚ ਅੰਮ੍ਰਿਤ ਵੇਲੇ ਆ ਉੱਠਦਾ, ਆ ਜੁੜਦਾ, ਬਾਣੀ ਪੜ੍ਹਦਾ, ਸੁਣਦਾ, ਇਹ ਲਗਨ ਕਿਵੇਂ ਬਣੀ? ਉਹਨੇ ਬੜੀ ਪਿਆਰੀ ਗੱਲ ਕਹੀ। ਇਹ ਗੱਲ ਬਾਬਾ ਬੁੱਢਾ ਸਾਹਿਬ ਨਾਲ ਵੀ ਟੁਕਦੀ ਹੈ। ਉਹਨੇ ਕਿਹਾ, ਜੀ ਅਸਲ ਵਿੱਚ ਮੈਂ ਸਵੇਰੇ ਇਸ ਕਰਕੇ ਆਉਣਾ ਕਿਉਂਕਿ ਮੈਨੂੰ ਮੌਤ ਤੋਂ ਡਰ
लगता है मौत तो डर। पातशाह कहते ने मौत तो डर, इतनी छोटी उम्र में मौत वाले ध्यान किवें चला गया। आम तौर पर लोग तो 40-40 60-60 साल के हो जाते हैं, कहते हैं अजे तो बड़ा वक्त है, अजे तो बड़ा वक्त है, अजे तो बड़ा वक्त है। ध्यान भी नहीं देंगे कि जाना भी है, कुछ कर लीए। 10 वरियां की उम्र में तैनू किवें मौत तो डर लग गया। कहते जी की दसा। एक दिन भोजन पकना सी घर, चुल्हे विच अग है नहीं सी। माता ने कहा जा हमसायां दे घरों, पड़ोसियां दे घरों थोड़ी जी अग लिया। मैं गया, पड़ोसियां दे घरों अंगियारा लैके आया अग दा। मां ने कहा पुत्र मैं कुछ काम विच लगी है, तू लकड़ा चुल्हे विच पा के इस अंगियारे नूं रख के ते अग सुलगा दे, अग बाल दे, ताकि भोजन तैयार किया जा सके। कहते जी मैं लग गया। मैं मोटियां मोटियां लकड़ां चुल्हे विच बीड़ दित्तियां, चुल्हे विच पा दित्तियां, अंगियारा उहदे उत्ते रख के ते फूका मारा, अग जले ना, अंगियारा बुझण नूं फिरदा सी। मां ने कहा पुत्र करदा की पिया? मां अग नहीं जल रही, अग जगाउण दी कोशिश कर रहा। कहती पुत्र इदा नहीं, पहला निक्कियां निक्कियां लकड़ां, छोटियां छोटियां लकड़ां पा ते उन्हां उपर रख, फिर वेख कितनी जल्दी अग जलदी है। मैं उदा ही किया, अग एकदम फड़ गई। उदों फिर मेरे मन नूं धक्का लग्या, मैनूं लगदा सी भी बुजुर्गी विच किते मौत आउंदी होएगी, इत्थे छोटियां लकड़ां एकदम सड़ गईयां ते ਇਹਦਾ मतलब छोटी उम्र ये भी मनुख जा सकता। उस तो बाद मैं गौर किया, कई बच्चों की मरण की खबर भी मैं सुनी, बच्चे भी चले गए। फिर मैं सोचा देर नहीं करनी चाहिए, की पता जवानी आवे भी कि ना आवे, बुढ़ेपा आवे भी कि ना आवे, हुणे ही कुछ जतन कर लेना चाहिए। तो मैं सुनिया सही जतन की हुंदा और कितों पता लगेगा। कहते महापुरखों की संगत करिया करिए। तो आपकी सत्संग का बड़ी शोभा है चारे पासे। आपके सत्संग बारे मैं सुनिया, और जब मैं सुनिया तो फिर मैं इत्थे जुड़न लग पाया, और जिस दिन का जुड़ रहा उस दिन का आनंद आ रहा। लग रहा है कि मैनू अज मेरी जिंदगी सफल हो गई है। भाई तारू, जिसनों भाई तारू पोपट करके लिखा है इतिहास में, अमृत वेले जाग रहा है, 4 बजे सत्संग विच पहुंच जाता है, कोई उठा नहीं रहा, कोई उसनों कह नहीं रहा जाया कर गुरुद्वारे। उसका मन जाग गया, उसनों समझ लग गई है। कबीर साहब कहते इस तरह जाग जा, इस तरह सुचेत हो जा। इसलिए गुरुदेव पिता जी कह रहे हैं कबीर साहब के बचनों के राही, कबीर सूता क्या करे, बैठा रहो और जाग, अलर्ट रह, सावधान रह, नहीं तो लुटिया जाएगा, नहीं तो पछताएगा। और गुरु तेग बहादुर महाराज जी ना श्लोकां दे राही यही ते कृपा कर रहे हैं, तरना पो इउं ही गयो, जवानी तेरी एवं ही बीत रही है। लियो जरा तन जीत, जरा तेरे तन नूं जितण नूं फिर रहा है, और बुढ़ेपा तेरे दर ते, जरा यानी बुढ़ेपा तेरे तन ते काबिज हुंदा जा रहा है। कहो नानक भज हर मना, हे मेरे मना वाहिगुरु की सिफत कर, औद जात है बीत, नहीं तो तेरी उम्र, औद कहते ने उम्र नूं, कहते ने औद जिहड़ी है वह बीतती जा रही है, समा गुजरता जा रहा है, मौका हथों गुजरता जा रहा है। और मौका जिस वेले हथों निकल जाए तो फिर रोना ही पल्ले पै जाता है। कई लोग कहते हैं बच्चे सां पर पढ़न की उस वेले पढ़ाई की अहमियत नहीं सी पता, जे पढ़ लेंदे तो अज असी भी किसी के दर ते खड़े होके चपड़ासी का काम ना करते, क्षमा करना, किसी की डांट ना सुनते, झिड़का ना सुनते, सहद पढ़ लेंदे, सहद उस वेले अहमियत समझ लेंदे। वक्त गुजरिया, हुण रोना ही तो हथ विच आएगा, पछताना ही तो हथ विच आएगा। गुरु उपकारी है और सानू वक्त तो पहला अलर्ट कर रहा है, और ये बहुत बड़ा उपकार है गुरु का।
सानू सावधान कर रहा है, गुरु जाग जा मेरे प्यारिया, जाग जा। किस गफलत विच है। पर ऐसा है, जद मनुख के शरीर विच जवानी की ताकत का संचार हुंदा है, उदों कुछ नहीं सुझदा। उदों अक्सर मनुख, क्योंकि गुरुदेव ने जवानी नूं नशा किया, जोबन धन प्रभता के मद में अहनिस रह दीवाना। गुरु तेग बहादुर साहब भी कहते हैं, जोबन की है, ये भी मद है, नशा है। धन की है, ये भी नशा है। प्रभता, शक्ति, सत्ता, ये भी की एक नशा है। जद दिमाग ते चढ़दा है, फिर गलत सही दा मनुख फर्क नहीं समझदा। इस नशे विच बहुत सारे गलत कार्य करी जांदा है, गलत कार्य करी जांदा है। जिवें जवानी विच अक्सर मनुख करदा है, धन दे अहंकार विच अक्सर मनुख करदा है, और कई बार सत्ता दे अहंकार विच भी बहुत सारे सत्ता दे नशे विच मनुख ऐसे काम करदा है जो नहीं करने चाहिए। नशा एक ऐसा है। इसलिए गुरुदेव कहते हैं, इस विच ते मनुख रात दिन दीवाना ही होया फिरदा, झल्ला ही होया फिरदा। जे गौर करिए तो नशा टुट जाएगा, जवानी का नशा टुट जाएगा। की है? किसी अदीब ने बड़ी सुंदर एक घटना लिखी है, तो कवि की नज़र पर समझाउंदी बड़ा खूब है। सवेर का वक्त सी ते तरेल ओस जिहड़ी आ पै के हटी सी बूटियां दे उत्ते। गुलाब दे बूटे दे उत्ते ओस दियां बूंदां, तरेल दियां बूंदां बड़ियां वधिया लग रही सी, जिवें कि मोती। अजे एक कली जिहड़ी है जिसने हुण फुल बनना सी, टाणी दे उत्ते झूम रही सी मस्ती विच। कवि कहता है, उस कली ने किते अपना जोबन, अपनी जवानी उस तरेल दी बूंद विच वेख लई। वो तो फुल्ली नहीं समाउंदी, आकड़ी आकड़ी फिरदी है। मेरे वर्गा खूबसूरत कौन, मेरे वर्गा तरो ताजा कौन, जैसा जवानी विच अक्सर हुंदा है। मनुख शीशे दे सामने खड़ा होके ते बार बार निहारदा है, बार बार तकदा अपने आप नूं। तो उसने भी तकिया ते सरमस्त हो गई। अजे अपनी खूबसूरती नूं खुद ही सलाह रही सी, वडिया रही सी, कि उसे ही दरख्त दी दूजी टाणी दे उत्ते एक फुल दियां पत्तियां डिगण लग पईयां। उन्हें हैरान होके पुछया, आ तेरा हाल किवें होया, तैनूं किहड़ा रोग लग गया? ए फुल तैनूं किहड़ा रोग लग गया कि तू टुट टुट के डिग रहा, तेरे पत्ते पत्ते डिगण लग पे? उन्हें क्या है, रोग नहीं है, इस समय दी मार है। जैसा अज मेरे ते हो रहा, ध्यान रखी, ऐसा तेरे ते भी होना है। तेरे भी पत्ते डिग जाने ने, हमेशा नहीं रहना। पड़ी एक कली पे जो नजर, वो गरूर में सरमस्त थी। कहा एक फूल ने टूट कर ये मयाले जोशे बहार है। फुल ने टुट के कहा, यही इस कुदरत का नियम है, जो खिड़िया है उस मुरझाएगा भी। इसलिए गुरुदेव कहते ने, बाहर दे इस जंजाल विच ना फस, असल खेड़े व चल। जे तू उस प्रभु दे नाम नाल जुड़ गया, फिर मुरझाएगा नहीं। उसनों कहते ने अमृत नाम, ऐसा नाम जो मृत्यु नहीं आन दिंदा, ऐसा नाम जो मौत नहीं आन दिंदा। केड़ी मौत? आत्मक मौत। ऐसा नाम जो आत्मक अमरता बख्शदा है, हमेशा लई खेड़ा बख्शदा है। गुरु तेग बहादुर महाराज उस नाल जुड़न लई तरला करते हैं और सिख नूं समझाउंदे ने, जैसे कोई प्यारा मित्र अपने बर्बाद होंदे होए मित्र नूं समझा रहा हुंदा है। गुरु बड़ा परोपकारी जे। इसलिए गुरुदेव दे ये बचन परोपकार दे बचन ने। जदों कह रहे हैं, कहो नानक भज हर मना, औद जात है बीत, तेरी उम्र बीत रही है, वाहिगुरु की सिफत कर लै, तो उपकार है साडे ते। अगे पातशाह ने इसे लड़ी विच अगले सलोक नूं कहा,
ਕਹਿੰਦੇ ਨੇ ਬਿਰਧ ਭਇਓ। ਬਿਰਧ ਜਵਾਨੀ ਤੋਂ ਅਗਲਾ ਪੜਾਵ ਬਿਰਧ ਹੋਣਾ, ਬਜ਼ੁਰਗ ਹੋਣਾ। ਇਹ ਹਰੇਕ ਦੇ ਤਨ ਉੱਤੇ ਆਉਂਦੀ ਹੈ, ਬਸ਼ਰਤੇ ਅਗਰ ਕੋਈ ਬਜ਼ੁਰਗੀ ਤੱਕ ਪਹੁੰਚਿਆ ਤਾਂ ਹਰੇਕ ਦੇ ਤਨ ਉੱਤੇ ਬਜ਼ੁਰਗੀ ਆਉਂਦੀ ਹੈ। ਵੈਸੇ ਬਜ਼ੁਰਗ ਕਹਿੰਦੇ ਨੇ ਸਿਆਣੇ ਨੂੰ। ਬਿਰਧ ਜਿਸ ਦੀ ਉਮਰ ਵਡੇਰੀ ਹੋਵੇ ਉਸ ਨੂੰ ਕਹਿੰਦੇ ਨੇ ਬਿਰਧ ਭਇਓ ਸੂਝੈ ਨਹੀਂ। ਬਿਰਧ ਹੋ ਗਿਆ, ਬਜ਼ੁਰਗ ਹੋ ਗਿਆ, ਵੱਡਾ ਹੋ ਗਿਆ, ਪਰ ਅਜੇ ਵੀ ਤੈਨੂੰ ਸਮਝ ਨਹੀਂ ਆ ਰਹੀ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਚਲੋ ਜਵਾਨੀ ਵਿੱਚ ਮੰਨ ਲਿਆ ਭੁੱਲ ਹੋ ਗਈ, ਪਰ ਹੁਣ ਤੇ ਸਮਝ ਆਣੀ ਚਾਹੀਦੀ ਹੈ। ਸਰੀਰ ਤੇਰੇ ਸਾਹਮਣੇ ਪੁਰਾਣਾ ਹੋ ਰਿਹਾ ਔਰ ਇਸ ਤੋਂ ਅਗਲਾ ਪੜਾਵ ਆਪ ਜਾਣਦੇ ਹੋ ਬਜ਼ੁਰਗੀ ਤੋਂ ਬਾਅਦ ਕੀ ਹੈ। ਪਰ ਅਜੇ ਵੀ ਨਹੀਂ ਸੁੱਝ ਰਿਹਾ, ਅਜੇ ਵੀ ਨਹੀਂ ਦਿਖਾਈ ਦੇ ਰਿਹਾ ਜਗਤ, ਅਜੇ ਵੀ ਜਗਤ ਦੀ ਨਾਸਵਾਨਤਾ ਦਿਖਾਈ ਨਹੀਂ ਦਿੱਤੀ, ਅਜੇ ਵੀ ਚਿੱਤ ਤੇਰਾ ਇਧਰੋਂ ਨਹੀਂ ਹਟ ਰਿਹਾ ਔਰ ਉਸ ਨਾਲ ਨਹੀਂ ਜੁੜ ਰਿਹਾ। ਗੁਰੂ ਤੇਗ ਬਹਾਦਰ ਮਹਾਰਾਜ ਦਾ ਇਹ ਬਚਨ ਹੈਰਾਨੀਜਨਕ ਵੀ ਹੈ। ਬਿਰਧ ਭਇਓ ਸੂਝੈ ਨਹੀਂ ਕਾਲ ਪਹੁੰਚਿਓ ਆਨ। ਆ ਪਹੁੰਚਿਆ ਕੀ ਕਾਲ, ਪਤਾ ਨਹੀਂ ਕਦੋਂ ਕੁੰਡਾ ਖੜਕਾ ਦੇਵੇ। ਬਾਣੀ ਵਿੱਚ ਉਦਾਹਰਨਾਂ ਵੀ ਨੇ। ਕੱਚੀ ਖੇਤੀ ਦੀ ਉਮੀਦ ਹੈ ਕਿ ਪਕੇਗੀ ਔਰ ਫਿਰ ਵੱਢੀ ਜਾਏਗੀ, ਪਰ ਜਿਹੜੀ ਪੱਕੀ ਹੋਈ ਖੇਤੀ ਹੈ, ਪੱਕੀ ਹੋਈ ਫਸਲ ਹੈ, ਉਸ ਦੀ ਕੀ ਉਮੀਦ ਕਰੋਗੇ ਕਿ ਉਹ ਫਿਰ ਕੱਚੀ ਹੋਏਗੀ ਔਰ ਫਿਰ ਪਕੇਗੀ? ਨਹੀਂ, ਹੁਣ ਤੇ ਸਿੱਧਾ ਉਸ ਦਾ ਅਗਲਾ ਪੜਾਵ ਹੈ, ਹੁਣ ਉਸ ਨੂੰ ਉਹਦੀ ਵਾਢੀ ਹੋਣੀ ਹੈ। ਜੇ ਬਜ਼ੁਰਗੀ ਆ ਗਈ ਤੇ ਇਸ ਤੋਂ ਬਾਅਦ ਕੀ ਰਹਿ ਗਿਆ? ਮੌਤ। ਉਸ ਤੋਂ ਪਹਿਲਾਂ ਪਹਿਲਾਂ ਜਾਗ ਜਾ। ਕੁਝ ਜਾਗਦੇ ਹਨ, ਕੁਝ। ਗੁਰੂ ਅਮਰਦਾਸ ਮਹਾਰਾਜ ਜੀ 62 ਸਾਲ ਦੀ ਉਮਰ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਐਸੇ ਜਾਗੇ ਕਿ ਉਸ ਉਮਰ ਵਿੱਚ ਜਦ ਸਰੀਰ ਬਹੁਤਾਤ ਵਿੱਚ ਸੇਵਾ ਸਿਮਰਨ ਕਰਨ ਲਾਇਕ ਨਹੀਂ ਰਹਿੰਦਾ, ਉਦਮ ਕਰਨ ਲਾਇਕ ਨਹੀਂ ਰਹਿੰਦਾ, ਪਰ ਅੰਦਰ ਜਾਗਰਣ ਇਤਨਾ ਕੁ ਤੇਜ ਸੀ, ਜਾਗਰਤ ਇਤਨੀ ਤੇਜ ਸੀ ਕਿ ਜੀਵਨ ਨੂੰ ਸਫਲਾ ਕਰਨਾ ਹੀ ਕਰਨਾ ਹੈ। ਬਸ ਰਾਤ ਦਿਨ ਲੱਗੇ ਰਹਿੰਦੇ ਸੀ, ਰਾਤ ਦਿਨ। ਥੋੜੀ ਕੁ ਚਿਰ ਲਈ ਆਰਾਮ ਕਰਨਾ, ਬਾਕੀ ਸਿਮਰਨ ਵਿੱਚ ਜੁੜੇ ਰਹਿਣਾ, ਸੇਵਾ ਵਿੱਚ ਜੁੜੇ ਰਹਿਣਾ, ਗੁਰੂ ਦੇ ਬਚਨ ਨੂੰ ਕਮਾਉਣਾ। ਇਸ ਲਈ ਸਿਆਣੇ ਕਹਿੰਦੇ ਹਨ ਜਦ ਤੁਸੀਂ ਕਿਸੇ ਉੱਚੇ ਮਕਸਦ ਨੂੰ ਸਮਝ ਲੈਂਦੇ ਹੋ, ਉਹਦੀ ਅਹਿਮੀਅਤ ਨੂੰ ਸਮਝ ਲੈਂਦੇ ਹੋ, ਤੇ ਉਹ ਉੱਚਾ ਮਕਸਦ, ਉਹ ਉੱਚਾ ਸੁਪਨਾ, ਅਗਰ ਤੁਸੀਂ ਵਾਕਈ ਉਸ ਨੂੰ ਦੀ ਅਹਿਮੀਅਤ ਨੂੰ ਸਮਝ ਗਏ, ਤੁਹਾਨੂੰ ਸੌਣ ਨਹੀਂ ਦੇਗਾ, ਨੀਂਦ ਵੀ ਨਹੀਂ ਆਏਗੀ ਜਦ ਤੱਕ ਉੱਥੇ ਨਹੀਂ ਪਹੁੰਚਦੇ। ਔਰ ਇਹੀ ਜਾਗਰਤੀ ਹੈ, ਇਹੀ ਹੋਸ਼ ਵਿੱਚ ਆਣਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਬਿਰਧ ਭਇਓ ਸੂਝੈ ਨਹੀਂ ਕਾਲ ਪਹੁੰਚਿਓ ਆਨ। ਤੇਰੇ ਦਰ ਤੇ ਆ ਕੇ ਬੈਠਾ ਹੈ ਕਾਲ, ਪਤਾ ਨਹੀਂ ਕਿਸ ਵੇਲੇ ਆ ਕੇ ਤੈਨੂੰ ਲੈ ਜਾਏ। ਤੈਨੂੰ ਸੋਚਣਾ ਚਾਹੀਦਾ ਕਿ ਤੂੰ ਵਾਕਈ ਬਿਰਧ ਹੈ। ਦੇਖੋ ਬੱਚੇ ਨੂੰ ਕੀ ਕਿਹਾ ਜਾਂਦਾ ਹੈ? ਅਣਜਾਣ। ਹੌਲੀ ਹੌਲੀ ਉਹ ਜਾਣਕਾਰੀਆਂ ਇਕੱਤਰਿਤ ਕਰਦਾ ਹੈ ਔਰ ਜਾਣਕਾਰ ਹੁੰਦਾ ਹੈ। ਜਵਾਨੀ 'ਚ ਜਾ ਕੇ ਪੜ੍ਹ ਲਿਖਦਾ, ਹੋਰ ਗਿਆਨ ਹਾਸਲ ਕਰਦਾ। ਬਜ਼ੁਰਗੀ ਤੱਕ ਜੀਵਨ ਦੇ ਬਹੁਤ ਸਾਰੇ ਤਜਰਬੇ ਉਹਦੇ ਅਨੁਭਵ ਵਿੱਚ, ਬਹੁਤ ਸਾਰੀਆਂ ਘਟਨਾਵਾਂ ਉਹਦੇ ਅਨੁਭਵ ਵਿੱਚ ਸੰਮਿਲਿਤ ਹੋ ਜਾਂਦੀਆਂ ਨੇ। ਔਰ ਬਜ਼ੁਰਗ ਨੂੰ ਕੀ ਮੰਨਿਆ ਜਾਂਦਾ? ਸਿਆਣਾ, ਸਮਝਦਾਰ। ਪਰ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਨੇ ਪਤਾ ਕੀ ਕਿਹਾ? ਕਹਿੰਦੇ ਨੇ ਹਰ ਕੇ ਗਾਫਲ ਸੁਧ ਚਿਰਾ ਆਕਿਲ ਬਬਦ। ਜਿਹੜਾ ਵਾਹਿਗੁਰੂ ਵੱਲੋਂ ਗਾਫਿਲ ਹੈ, ਪ੍ਰਭੂ ਦੀ ਬੰਦਗੀ ਵੱਲੋਂ ਗਾਫਿਲ ਹੈ, ਬੇਖਬਰ ਹੈ, ਅਜੇ ਵੀ ਬੰਦਗੀ ਨਹੀਂ ਕਰ ਰਿਹਾ, ਉਹਨੂੰ ਅਕਲਵੰਦ ਕਿਵੇਂ ਕਿਹਾ ਜਾ ਸਕਦਾ? ਉਹਨੂੰ ਸਿਆਣਾ ਕਿਵੇਂ ਕਿਹਾ ਜਾ ਸਕਦਾ? ਉਸ ਨੂੰ ਬਜ਼ੁਰਗ ਕਿਵੇਂ ਕਿਹਾ ਜਾ ਸਕਦਾ? ਬਜ਼ੁਰਗੀ ਦਾ ਸੰਬੰਧ ਸਰੀਰ ਦੇ ਪਕੜ ਨਾਲ ਨਹੀਂ ਹੈ।
ਸਰੀਰ ਪੱਕ ਗਿਆ ਤੇ ਜ਼ਰੂਰੀ ਨਹੀਂ ਕਿ ਮਨੁੱਖ ਨੂੰ ਅਕਲ ਆ ਗਈ ਹੋਵੇ, ਮਨੁੱਖ ਨੂੰ ਸਮਝ ਆ ਗਈ ਹੋਵੇ ਔਰ ਮਨੁੱਖ ਜੀਵਨ ਨੂੰ ਸਹੀ ਢੰਗ ਨਾਲ ਦੇਖਣ ਲੱਗ ਪਿਆ ਹੋਵੇ। ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨੇ, ਪੱਕ ਗਏ ਹਨ ਕੇਸ਼, ਪੱਕ ਗਏ ਹਨ, ਦੰਦ ਝੜਨ ਲੱਗ ਪਏ, ਸਰੀਰ ਦਾ ਜ਼ਰਰਾ ਜ਼ਰਰਾ ਔਰ ਸਰੀਰ ਦਾ ਪੁਰਜਾ ਪੁਰਜਾ ਕਮਜ਼ੋਰ ਹੋ ਗਿਆ। ਅਜੇ ਵੀ ਜੀ ਨਹੀਂ ਕਰਦਾ ਗੁਰੂ ਦੇ ਬਚਨ ਨੂੰ ਸੁਣ ਲਵਾਂ, ਸਿਮਰਨ ਵਿੱਚ ਥੋੜਾ ਬੈਠ ਜਾਵਾਂ। ਅਜੇ ਵੀ ਹੇਰਾ ਫੇਰੀਆਂ ਵੱਲ ਚਿੱਤ ਰਹਿੰਦਾ ਹੈ, ਨਹੀਂ ਹੋਸ਼ ਆਈ, ਅਜੇ ਵੀ ਹੋਸ਼ ਨਹੀਂ ਆਈ। ਅਜੇ ਵੀ ਵਾਹਿਗੁਰੂ ਜਿਸ ਕੋਲ ਜਾਣੇ ਉਸ ਦੀ ਹੋਸ਼ ਨਹੀਂ ਆਈ। ਜਦ ਕਿ ਗੁਰੂ ਨਾਨਕ ਕਹਿੰਦੇ ਹਨ, ਪ੍ਰਭੂ ਨੇ ਭੇਜਿਆ, ਪ੍ਰਭੂ ਨੇ ਸੱਦ ਲੈਣਾ। ਜਿਸ ਨੇ ਸੱਦ ਲੈਣਾ ਉਹਦੇ ਸੱਦੇ ਨੂੰ ਤੂੰ ਇਨਕਾਰ ਨਹੀਂ ਕਰ ਸਕਦਾ, ਭਾਵੇਂ ਤੂੰ ਕਿਤਨਾ ਤਾਕਤਵਰ ਹੋਵੇਂ, ਸੱਤਾਧਾਰੀ ਹੋਵੇਂ। ਜੇ ਉਸਨੇ ਸੱਦਣਾ ਤਾਂ ਕਹਿੰਦੇ ਰਾਜਾ ਪਰਜਾ ਸਭ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਇਸ ਲਈ ਪਿਆਰਿਆ, ਇਤਨਾ ਸੋਚ, ਜੋ ਸੱਦੇਗਾ ਉਸ ਕੋਲ ਕਿਸ ਮੂੰਹ ਨਾਲ ਜਾਏਗਾ। ਇਸ ਲਈ ਪਹਿਲਾਂ ਹੀ ਜੋ ਸੱਦਣ ਵਾਲਾ ਉਸ ਨੂੰ ਸਿਮਰ ਲੈ। ਸੱਦਣ ਹਾਰਾ ਸਿਮਰਿਐ, ਘਰ ਘਰ ਇਹੋ ਪਹੁੰਚਾ, ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰਿਐ, ਨਾਨਕ ਸੇ ਦੇਹ ਆਵਨ। ਉਹ ਦਿਨ ਆ ਰਿਹਾ ਜਿਸ ਦਿਨ ਵਾਹਿਗੁਰੂ ਨੇ ਤੈਨੂੰ ਬੁਲਾਉਣਾ। ਇਸ ਲਈ ਉਹ ਜੋ ਬੁਲਾਉਣ ਵਾਲਾ ਉਸ ਨੂੰ ਪਹਿਲਾਂ ਹੀ ਜਪ ਲੈ। ਗੁਰੂ ਤੇਗ ਬਹਾਦਰ ਸਾਹਿਬ ਵੀ ਤੇ ਕਹਿੰਦੇ ਨੇ, ਪਰ ਕਈ ਉਮਰ ਗੁਜ਼ਰ ਚੁੱਕੀ ਹੈ ਔਰ ਆਖਰੀ ਪੜਾਵ ਤੇ ਹਨ, ਪਰ ਅਜੇ ਵੀ ਪ੍ਰਭੂ ਚੇਤੇ ਨਹੀਂ ਆ ਰਿਹਾ, ਵਾਹਿਗੁਰੂ ਚੇਤੇ ਨਹੀਂ ਆ ਰਿਹਾ। ਤੋ ਭਾਈ ਨੰਦ ਲਾਲ ਸਿੰਘ ਜੀ ਕਹਿੰਦੇ ਨੇ, ਫਿਰ ਉਸ ਨੂੰ ਅਕਲਮੰਦ ਕਿਵੇਂ ਕਹਾਂ? ਮੇਰੀ ਨਜ਼ਰ ਵਿੱਚ ਕੀ ਹੈ? ਹਰ ਕੇ ਗਾਫਿਲ ਗਸ਼ਤ ਊ ਜ਼ਾਹਿਲ ਬਵਦ। ਮੇਰੀ ਨਜ਼ਰ ਵਿੱਚ ਉਹ ਮਨੁੱਖ ਉਜੱਡ ਹੈ, ਐਸਾ ਸ਼ਬਦ। ਮੇਰੀ ਨਜ਼ਰ ਵਿੱਚ ਉਹ ਮਨੁੱਖ ਜ਼ਾਹਿਲ ਹੈ, ਮੂਰਖ ਹੈ, ਜੋ ਪ੍ਰਭੂ ਦੇ ਵੱਲੋਂ ਮੂੰਹ ਫੇਰ ਕੇ ਬੈਠਾ ਹੈ, ਪਰਮਾਤਮਾ ਵੱਲੋਂ ਮੂੰਹ ਫੇਰ ਕੇ ਬੈਠਾ ਹੈ। ਜੇ ਸਹੀ ਢੰਗ ਨਾਲ ਆਪਣੇ ਆਪ ਨੂੰ ਬਜ਼ੁਰਗ ਕਹਾਉਣਾ ਹੈ, ਸਿਆਣਾ ਕਹਾਉਣਾ ਹੈ, ਜੇ ਸਿਆਣਪ ਔਰ ਵਡਿਆਈ ਪ੍ਰਾਪਤ ਕਰਨਾ ਚਾਹੁੰਦਾ ਹੈ, ਤੇ ਕਹਿੰਦੇ ਨੇ ਗਰ ਬਜ਼ੁਰਗੀ ਬਾਏ ਦਤ ਕੁਨ ਬੰਦਗੀ, ਤਾਂ ਬੰਦਗੀ ਕਰ, ਵਰਨਾ ਆਖਿਰ ਮੀ ਕਸੀ ਸ਼ਰਮਿੰਦਗੀ। ਨਹੀਂ ਤੇ ਅਖੀਰ ਨੂੰ ਸ਼ਰਮਿੰਦਾ ਹੋਣਾ ਪਏਗਾ, ਅਖੀਰ ਨੂੰ ਤੈਨੂੰ ਸ਼ਰਮਿੰਦਾ ਹੋਣਾ ਪਏਗਾ। ਇਸ ਲਈ ਜੇ ਤੂੰ ਵਡਿਆਈ ਚਾਹੁੰਦਾ, ਜੇ ਤੂੰ ਬਜ਼ੁਰਗੀ ਚਾਹੁੰਦਾ ਔਰ ਸਿਆਣਾ ਬਣਨਾ ਚਾਹੁੰਦਾ ਤਾਂ ਬੰਦਗੀ ਕਰ। ਗੁਰੂ ਤੇਗ ਬਹਾਦਰ ਸਾਹਿਬ ਵੀ ਤੇ ਕਹਿੰਦੇ ਹਨ, ਕਹਿੰਦੇ ਨੇ ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ, ਕਹੋ ਨਾਨਕ ਨਰ ਬਾਬਰੇ। ਬਾਬਰਾ ਸ਼ਬਦ ਝੱਲਾ, ਪਾਗਲ, ਹੈ ਪਾਗਲ ਮਨੁੱਖ, ਹੈ ਬਾਬਰੇ ਮਨੁੱਖ। ਕਹੋ ਨਾਨਕ ਨਰ ਬਾਬਰੇ, ਕਿਉਂ ਨਾ ਭਜੈ ਭਗਵਾਨ। ਇਸ ਕਿਉਂ ਵਿੱਚ ਕਸ਼ਿਸ਼ ਤੇ ਵੇਖੋ। ਜਦ ਅਸੀਂ ਕਹਿੰਦੇ ਹੱਦ ਹੋ ਗਈ, ਵੀ ਅਜੇ ਵੀ ਤੈਨੂੰ ਅਕਲ ਨਹੀਂ ਆ ਰਹੀ, ਇਤਨੀਆਂ ਚੋਟਾਂ ਤੈਨੂੰ ਜੀਵਨ ਵਿੱਚ ਪੈ ਗਈਆਂ, ਅਜੇ ਵੀ ਤੂੰ ਇਹ ਚੀਜ਼ ਨਹੀਂ ਛੱਡ ਰਿਹਾ। ਜਿਵੇਂ ਕੋਈ ਬੰਦਾ ਸਭ ਕੁਝ ਬਰਬਾਦ ਕਰ ਚੁੱਕਿਆ ਹੋਵੇ ਜੂਆ ਆਦਿ ਖੇਡ ਕੇ, ਤੇ ਸਾਰੇ ਕਹਿੰਦੇ ਨੇ ਤੇਰੀ ਜ਼ਮੀਨ ਚਲੀ ਗਈ, ਤੇਰਾ ਘਰ ਚਲਾ ਗਿਆ, ਤੇਰੇ ਬੱਚੇ ਤੇਰੇ ਤੋਂ ਜੁਦਾ ਹੋ ਗਏ, ਅਜੇ ਵੀ ਤੈਨੂੰ ਅਕਲ ਨਹੀਂ ਆਈ, ਅਜੇ ਤੇ ਛੱਡ ਦੇ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਅਜੇ ਵੀ ਤੇਰਾ ਰਸ ਨਹੀਂ ਜਾ ਰਿਹਾ। ਇੱਕ ਬੜੇ ਮਹਾਨ ਵਿਦਵਾਨ ਹੋਏ ਨੇ ਆਪਣੀ ਕੌਮ ਦੇ, ਮਸਕੀਨ ਜੀ, ਉਹਨਾਂ ਨੇ ਇੱਕ ਆਪਣੀ ਜੀਵਨ ਦੇ ਵਿੱਚੋਂ ਇੱਕ ਘਟਨਾ ਲਿਖੀ। ਕਹਿੰਦੇ ਹਨ, ਇੱਕ 90 ਸਾਲ ਦੀ ਮਾਤਾ ਇੱਕ ਦਿਨ ਮੇਰੇ ਕੋਲ ਆਈ, ਪੋਤਰੇ ਉਹਦੇ ਨਾਲ ਸੀ, ਬੱਚੇ, ਲੱਕ ਝੁਕ ਚੁੱਕਿਆ ਸੀ। ਕਿਹਾ ਗਿਆਨੀ ਜੀ ਮੇਰੇ ਵਾਸਤੇ ਅਰਦਾਸ ਕਰ ਦਿਓ। ਕਹਿੰਦੇ ਨੇ ਮੈਂ ਸੋਚਿਆ ਆਖੇਗੀ ਅਰਦਾਸ ਕਰੋ ਮੈਂ ਨਾਮ ਵਿੱਚ ਜੋੜਾਂ, ਮੈਨੂੰ ਵਾਹਿਗੁਰੂ ਦੇ ਚਰਨਾਂ ਵਿੱਚ ਥਾਂ ਮਿਲੇ, ਵਾਹਿਗੁਰੂ ਮੇਰੇ ਗੁਨਾਹ ਬਖਸ਼ ਦੇਣ, ਐਸਾ ਕਹੇਗੀ। ਮੈਂ ਕਿਹਾ ਮਾਤਾ ਦੱਸੋ ਕੀ ਅਰਦਾਸ ਕਰਨੀ ਹੈ। ਜਦ ਮਾਤਾ ਨੇ ਦੱਸਿਆ ਤੇ ਮੈਂ ਹੈਰਾਨ ਹੋ ਗਿਆ, ਕਿਸ ਤਰ੍ਹਾਂ ਦੀ ਨੀਂਦ ਹੈ ਕਿ ਟੁੱਟਦੀ ਹੀ ਨਹੀਂ, ਕਿਸ ਤਰ੍ਹਾਂ ਦੀ ਬੇਹੋਸ਼ੀ ਹੈ ਕਿ ਟੁੱਟਦੀ ਨਹੀਂ। ਮਾਤਾ ਨੂੰ ਪੁੱਛਿਆ ਮਾਤਾ ਕੀ ਅਰਦਾਸ ਕਰਨੀ ਹੈ। ਕਹਿੰਦੇ ਗਿਆਨੀ ਜੀ ਅਰਦਾਸ ਕਰੋ, ਉਹ ਮੇਰਾ ਪੋਤਰਾ ਜਿਹੜਾ ਹੈ, ਪੜ ਪੋਤਰਾ,
ਉਹਦਾ ਵਿਆਹ ਵੇਖ ਕੇ ਸੰਸਾਰ ਵਿੱਚੋਂ ਜਾਵਾਂ। ਗਿਆਨੀ ਜੀ ਨੇ ਹੱਥ ਜੋੜ ਕੇ ਕਿਹਾ, ਮਾਤਾ ਤੂੰ ਆਪਣਾ ਵਿਆਹ ਵੇਖਿਆ, ਆਪਣੇ ਪੁੱਤਰਾਂ ਦਾ ਵੇਖਿਆ, ਤੂੰ ਮਾਤਾ ਆਪਣੇ ਪੋਤਰਿਆਂ ਦਾ ਵੇਖਿਆ, ਤੂੰ ਤਾਂ ਨਾ ਰੱਜੀ, ਪਰ ਪੋਤਰੇ ਦਾ ਵੇਖ ਕੇ ਕਿਵੇਂ ਰੱਜ ਜਾਏਂਗੀ? ਹੁਣ ਤੇ ਵਾਹਿਗੁਰੂ ਦੇ ਨਾਮ ਨਾਲ ਜੁੜ ਜਾ। ऐसी ही कई बारी अचेतनता है, बेहोशी है। गुरु तेग बहादुर महाराज वो कोशिश कर रहे हैं वो बेहोशी टुट जाए। भाई साहब भाई गुरदास साहिब उन्होंने एक कविता के राही बड़िया सुंदर उदाहरण दे के समझाया। घरी घरी टेर सुनाए संदेशो, घरी घरी टेर घरियार सुनाए संदेशो, पहर पहर पुन पुन समझाए। रात ਨੂੰ जब सन्नाटा ਹੁੰਦਾ ਹੈ, शांत ਹੁੰਦਾ ਹੈ सब कुछ, ਸਾਡੇ घर ਵਿੱਚ ਲੱਗੀ ਹੋਈ ਘੜੀ ਦੀ आवाज़ टक 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 आ रही है। वो की कह रही है? वो कुछ कह रही है, गौर नाल सुनो। कहते जिंदगी बीत रही है पल 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 करके, दिन ते पहर पहर ते घड़ियां आव कटै कटै तन छीजै। घड़ियाल घड़ी संदेश सुना रही है। और इसे तरह कहते ने जैसे जैसे जल भर पर बेड़ी बूढ़त है, पूरन होए पापन की नावें हराए है। जैसे जल घड़ी विच जल बूंद बूंद टपकदा है और जद वो भर जाती फिर डुब जाती है। इंजी तेरी भी जिंदगी पापां विच डुब जानी है। इंजी कहते ने चहूं उर सोर के पहाड़ुआ पुकार हर है, चारे जाम सोवते अचेतना लजाए है। कहते ने पहरेदार तैनू जगा रहा है, रात भर जगा रहा, उठ जा सुचेत रह। तू सुचेत नहीं होया, पूरी रात जाग सौ के गवा दिते हो, लुटिया गया। गुरु रूपी पहरेदार सानू जगाउंदा है, बचपन विच भी जगांदा, बंदगी करना जवानी विच भी जगाउंदा है। गुरु पहरेदार सानू बार बार आवाज़ां दे रहा, उठ उठ जप लै। मनुख उठता कित्थे है? तमचर शब्द सुनत ही उगार अख है। तमूचर तमचूड़ शब्द तो तमूचर बनिया, यानी मुर्गा। जिमें सवेरे कुक्कड़ बोलता, कहते वो लोगों को उठा दिंदा। पुराने जमाने कहते ने उहदी आवाज़ सुन के अखां खोल ले। गुरु भी शब्द तैनूं सुना रहा है, गुरु की आवाज़ सुन के ते अखां खोल, जीवन नूं सही ढंग नाल देख। बिन प्रेम रस पाछे पछताए हैं, बिना वाहिगुरु दे प्रेम रस दे चखिया अंत नूं सजना तू पछताएगा। इसलिए तो गुरु तेग बहादुर महाराज खिमा करना उन्हां दा इहदे विच कोई स्वार्थ नहीं है, इहदे विच साडा लाभ है। जद गुरुदेव सानू साडे वास्ते बचन उचार रहे हैं, सानू जगा रहे हैं। जप लईए, अपनी जिंदगी दे पलां नूं स्वासां नूं सफला करिए। बाबा बुढ़ा साहब जाग गए बचपन विच, उन्हां दी उस जागृति नूं वेख के और सुचेतपन नूं वेख के ही ते गुरु नानक पातशाह ने कहा सी, तुहाडा नाम बूढ़ा है पर गल्लां बुढ़ियां वालियां करदे हो, असल बुढ़े ओ। जाग गए, ऐसे जागे कि गुरु के चरणों नाल जुड़े। पूरी जिंदगी अपनी सफल की, चारे पहर सफल किए जिंदगी दे। गुरु तेग बहादुर महाराज भी सानू बावरा कह के कहते ने, बावरिया अकल कर और वाहिगुरु का नाम जपया कर। कहो नानक नर बावरे क्यों ना भजै भगवान। क्यों वाहिगुरु की सिफत नहीं करता, बंदगी नहीं करता। इन्ने को बचन प्रवान करने। गुरु के दर दियाँ विचारां करदियां बेअंत भुल्लां हो गई होणगियां, बख्श लैना। धन श्री गुरु हरकृष्ण साहब, धन गुरु ग्रंथ साहब महाराज जी का कोटान कोट शुकराना, जिन्हों ने अपने दर दियाँ विचारां आप कराइयां। आप सरबत संगत का बहुत धन्यवाद, जिन्होंने टिक के सुनिया। सिंह साहब के समूह प्रबंधकों का बहुत धन्यवाद, जिन्होंने दर्शन आप संगत के करन का मौका बख्शिया। भुल चुक की खिमा। वाहिगुरु जी का खालसा, वाहिगुरु जी की फतेह। राम कली महला तीजा। आनंद इको ओंकार सतगुर प्रसाद।